ਗਿਆਨੀ ਹਰਪ੍ਰੀਤ ਸਿੰਘ ਦੀ ਥਾਂ ਗਿਆਨੀ ਰਘਬੀਰ ਸਿੰਘ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ। ਐਸਜੀਪੀਸੀ ਬੋਲੀ ਹਰਪ੍ਰੀਤ ਸਿੰਘ ਨੇ ਸਵੈ ਇੱਛਾ ਦੇ ਨਾਲ ਛੱਡਿਆ ਅਹੁਦਾ। ਦਮਦਮਾ ਸਾਹਿਬ ਦੇ ਜਥੇਦਾਰ ਬਣੇ ਰਹਿਣਗੇ ਗਿਆਨੀ ਹਰਪ੍ਰੀਤ ਸਿੰਘ। ਮਿਊਜ਼ਿਕ ਤੇ ਬੋਲੇ ਨਵੇਂ ਜਥੇਦਾਰ ਰਘਬੀਰ ਸਿੰਘ। ਪੰਥ ਨੇ ਸੌਂਪੀ ਕੌਮ ਦੀ ਬਹੁਤ ਵੱਡੀ ਜ਼ਿੰਮੇਵਾਰੀ, ਬਣਾਈ ਰੱਖਾਂਗਾ ਵਿਸ਼ਵਾਸ, ਪੰਥਕ ਏਕਤਾ ਦੇ ਲਈ ਕਰਾਂਗਾ ਕੰਮ। ਜਥੇਦਾਰ ਬਦਲੇ ਜਾਣ ਤੇ ਬੋਲੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ। ਕਿਹਾ ਕਾਰਜਕਾਰੀ ਜਥੇਦਾਰ ਲਗਾਉਣ ਤੇ ਲਗਾਤਾਰ ਉੱਠ ਰਹੇ ਸਨ ਸਵਾਲ, ਹੁਣ ਅਕਾਲ ਤਖਤ ਨੂੰ ਮਿਲਿਆ ਹੈ ਸਥਾਈ ਜਥੇਦਾਰ। ਬਲਜੀਤ ਸਿੰਘ ਦਾਦੂਵਾਲ ਨੇ ਨਵੇਂ ਜਥੇਦਾਰ ਦੀ ਨਿਯੁਕਤੀ ਦੇ ਉੱਤੇ ਚੁੱਕੇ ਸਵਾਲ। ਬੋਲੇ ਐਸਜੀਪੀਸੀ ਦੀ ਮੌਜੂਦਾ ਕਾਰਜਕਾਰਨੀ ਗੈਰ ਕਾਨੂੰਨੀ, ਜਥੇਦਾਰ ਹਟਾਉਣ ਜਾਂ ਲਗਾਉਣ ਦਾ ਨਹੀਂ ਕੋਈ ਅਧਿਕਾਰ, ਤਖਤਾਂ ਤੇ ਹੈ ਇੱਕ ਸਿਆਸੀ ਪਰਿਵਾਰ ਦਾ ਕਬਜ਼ਾ। ਤਖਤ ਸ਼੍ਰੀ ਪਟਨਾ ਸਾਹਿਬ ਨੂੰ ਵੀ ਮਿਲੇ ਸਥਾਈ ਜਥੇਦਾਰ। ਗਿਆਨੀ ਬਲਦੀਪ ਸਿੰਘ ਨੂੰ ਮਿਲਿਆ ਪੱਕਾ ਚਾਰਜ, ਪਹਿਲਾਂ ਕਾਰਜਕਾਰੀ ਜਥੇਦਾਰ ਦੇ ਵਜੋਂ ਨਿਭਾ ਰਹੇ ਸਨ ਸੇਵਾ। ਮੁੜ ਤੋਂ ਨਿਕਲਿਆ ਆਪਰੇਸ਼ਨ ਲੋਟਸ ਦਾ ਜਿੰਨ। ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਨੂੰ ਲਿਖੀ ਚਿੱਠੀ। ਕਿਹਾ ਵਿਧਾਨ ਸਭਾ ਦੇ ਵਿੱਚ ਆਪਰੇਸ਼ਨ ਲੋਟਸ ਦੀ ਐਕਸ਼ਨ ਟੇਕਨ ਰਿਪੋਰਟ ਕੀਤੀ ਜਾਵੇ ਟੇਬਲ। ਜਗਰਾਉਂ ਵਾਲੀ ਕੋਠੀ ਨੂੰ ਲੈ ਕੇ ਕਾਂਗਰਸ ਨੇ ਵਿਧਾਇਕ ਮਾਣੂਕੇ ਦੇ ਖਿਲਾਫ ਖੋਲ੍ਹਿਆ ਮੋਰਚਾ। ਐਨਆਰਆਈ ਪਰਿਵਾਰ ਨੂੰ ਲਿਆਂਦਾ ਸਾਹਮਣੇ, ਪੂਰੇ ਮਾਮਲੇ ਦੀ ਮੰਗੀ ਸੀਬੀਆਈ ਜਾਂਚ। ਮਾਣੂਕੇ ਨੇ ਕੋਠੀ ਖਾਲੀ ਕਰਨ ਤੋਂ ਬਾਅਦ ਰੱਦ ਕਰ ਦਿੱਤੇ ਸਨ ਸਾਰੇ ਇਲਜ਼ਾਮ। ਪੰਜਾਬ 'ਚ ਜਲਦ ਖੁੱਲਣਗੇ ਨਵੇਂ ਹੈਲਥ ਕੇਅਰ ਸੈਂਟਰ। ਸੀਐਮ ਮਾਨ ਬੋਲੇ ਆਧੁਨਿਕ ਸਹੂਲਤਾਂ ਦੇ ਨਾਲ ਹੋਣਗੇ ਲੈਸ, ਸੈਕੰਡਰੀ ਸਿਹਤ ਸਹੂਲਤਾਂ ਦੇ ਲਈ ਬਣਨਗੇ ਸੈਂਟਰ। ਪਾਇਲਟ ਗੱਡੀ ਦੇ ਡਰਾਈਵਰ ਦੇ ਖਿਲਾਫ ਪਰਚੇ ਤੋਂ ਬਾਅਦ ਲੋਕਾਂ ਨੇ ਚੁੱਕਿਆ ਧਰਨਾ। ਫਰੀਦਕੋਟ ਥਾਣਾ ਸਿਟੀ ਦੇ ਬਾਹਰ ਮ੍ਰਿਤਕਾਂ ਦੀ ਲਾਸ਼ ਰੱਖ ਕੇ ਪਰਿਵਾਰ ਕਰ ਰਹੇ ਸੀ ਪ੍ਰਦਰਸ਼ਨ। ਵਿਧਾਇਕ ਸੇਖੋਂ ਦੇ ਕਾਫਲੇ ਦੀ ਪਾਇਲਟ ਗੱਡੀ ਦੀ ਟੱਕਰ ਦੇ ਨਾਲ 2 ਲੋਕਾਂ ਦੀ ਹੋਈ ਸੀ ਮੌਤ। ਸਤਿ ਸ੍ਰੀ ਅਕਾਲ, ਸਵਾਗਤ ਹੈ ਗੌਰਵ ਸ਼ੁਕਲਾ, ਮੈਂ ਹਾਂ ਤੁਹਾਡੇ ਨਾਲ। ਜਦੋਂ ਕਿਸੇ ਸੈਸ਼ਨ ਸਪੈਸ਼ਲ ਸੈਸ਼ਨ ਜਿਸ ਮੁੱਦੇ ਦੇ ਉੱਤੇ ਪਹਿਲਾਂ ਸੱਦਿਆ ਗਿਆ ਸੀ ਔਰ ਨਵੇਂ ਸੈਸ਼ਨ ਤੋਂ ਪਹਿਲਾਂ ਉਸ ਮੁੱਦੇ ਨੂੰ ਲੈ ਕੇ ਵਿਰੋਧੀ ਸਵਾਲ ਚੁੱਕਣੇ ਸ਼ੁਰੂ ਕਰ ਦੇਣ, ਫਿਰ ਫਰਕ ਤਾਂ ਪੈਂਦਾ ਹੈ। 19 ਅਤੇ 20 ਯਾਨੀ ਕਿ ਸੋਮਵਾਰ ਤੇ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੈ, ਪਰ ਉਸ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਆਪਰੇਸ਼ਨ ਲੋਟਸ ਵਾਲਾ ਜਿੰਨ ਇੱਕ ਵਾਰ ਮੁੜ ਤੋਂ ਬਾਹਰ ਆ ਗਿਆ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਆਪਰੇਸ਼ਨ ਲੋਟਸ ਦੇ ਉੱਤੇ 19 ਅਤੇ 20 ਜੂਨ ਨੂੰ ਹੋਣ ਵਾਲੇ ਸਪੈਸ਼ਲ ਸੈਸ਼ਨ ਦੇ ਵਿੱਚ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਦੀ ਮੰਗ ਕੀਤੀ। ਬਾਜਵਾ ਨੇ ਆਪਰੇਸ਼ਨ ਲੋਟਸ ਦੇ ਉੱਤੇ ਹੁਣ ਤੱਕ ਦੀ ਕਾਰਵਾਈ ਸਾਂਝਾ ਕਰਨ ਦੇ ਲਈ ਬਕਾਇਦਾ ਵਿਧਾਨ ਸਭਾ ਸਪੀਕਰ ਨੂੰ ਇੱਕ ਚਿੱਠੀ ਵੀ ਲਿਖੀ ਹੈ। ਅਸੀਂ ਇੱਕੋ ਗੱਲ ਕਹੀ ਹੈ ਸਪੀਕਰ ਸਾਹਿਬ ਨੂੰ, ਪੰਜਾਬ ਦਾ ਪੈਸਾ ਤੁਸੀਂ ਇਸਤੇਮਾਲ ਕੀਤਾ, ਕਰੋੜਾਂ ਰੁਪਏ ਸੈਸ਼ਨ ਵਾਸਤੇ ਖਰਚ ਕੀਤੇ ਗਏ, ਤੁਸੀਂ ਆਪਰੇਸ਼ਨ ਲੋਟਸ ਦਾ ਨਾਮ ਦਿੱਤਾ। ਐਤਕੀ ਸਾਨੂੰ ਉਹਦੀ ਰਿਪੋਰਟ ਪੇਸ਼ ਕਰੋ ਪਹਿਲੇ ਸੈਸ਼ਨ ਸ਼ੁਰੂ ਹੋਣ ਤੋਂ, ਉਹਦੇ ਤੇ ਐਕਸ਼ਨ ਕੀ ਕੀਤਾ। ਕਾਬਿਲੇ ਗੌਰ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਬੀਜੇਪੀ ਤੇ ਵਿਧਾਇਕ ਖਰੀਦਣ ਦੇ ਇਲਜ਼ਾਮ ਲਗਾਏ ਗਏ ਸਨ, ਜਿਸ ਨੂੰ ਲੈ ਕੇ ਸਰਕਾਰ ਨੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦ ਲਿਆ। 27 ਸਤੰਬਰ ਤੋਂ 3 ਅਕਤੂਬਰ 2022 ਤੱਕ ਵਿਸ਼ੇਸ਼ ਇਜਲਾਸ ਸੱਦਿਆ ਗਿਆ। 3 ਘੰਟੇ 11 ਮਿੰਟ ਤੱਕ ਸਦਨ ਦੇ ਵਿੱਚ ਚਰਚਾ ਹੋਈ ਤੇ ਇਸ ਦੌਰਾਨ ਸੀਐਮ ਮਾਨ ਦੇ ਵੱਲੋਂ ਵਿਸ਼ਵਾਸ ਮਤ ਹਾਸਲ ਕੀਤਾ ਗਿਆ ਤੇ ਸਤੰਬਰ 2022 ਦੇ ਵਿੱਚ ਹੀ ਵਿਧਾਇਕਾਂ ਦੀ ਸ਼ਿਕਾਇਤ ਦੇ ਉੱਤੇ ਇੱਕ ਪਰਚਾ ਵੀ ਦਰਜ ਹੋਇਆ। ਕੈਬਨਿਟ ਮੰਤਰੀ ਹਰਪਾਲ ਚੀਮਾ ਦੀ ਅਗਵਾਈ ਦੇ ਵਿੱਚ ਵਿਧਾਇਕਾਂ ਦੇ ਵੱਲੋਂ ਡੀਜੀਪੀ ਨੂੰ ਵੀ ਸ਼ਿਕਾਇਤ ਦਿੱਤੀ ਗਈ ਸੀ। ਤਾਂ ਪ੍ਰਤਾਪ ਬਾਜਵਾ ਦੇ ਵੱਲੋਂ ਆਪਰੇਸ਼ਨ ਲੋਟਸ ਦਾ ਜ਼ਿਕਰ ਕੀਤਾ ਜਾ ਰਿਹਾ, ਪਰ ਇਸ ਸਭ ਦੇ ਵਿਚਾਲੇ ਸੁਨੀਲ ਜਾਖੜ ਬੀਜੇਪੀ ਦੇ ਆਗੂ ਪ੍ਰਤਾਪ ਬਾਜਵਾ ਦੇ ਉੱਤੇ ਤੰਜ ਕੱਸ ਰਹੇ ਨੇ। ਪ੍ਰਤਾਪ ਬਾਜਵਾ ਦੇ ਪੁਰਾਣੇ ਸਾਥੀ ਨੇ ਸੁਨੀਲ ਜਾਖੜ, ਔਰ ਸੁਨੀਲ ਜਾਖੜ ਪ੍ਰਤਾਪ ਬਾਜਵਾ ਤੇ ਤੰਜ ਕੱਸਦੇ ਹੋਏ ਕਹਿ ਰਹੇ ਨੇ ਕਿ ਹੁਣ ਤਾਂ ਪ੍ਰਤਾਪ ਬਾਜਵਾ ਬੀਜੇਪੀ ਦੇ ਲਈ ਬੈਟਿੰਗ ਕਰ ਰਹੇ ਨੇ, ਸਪੀਕਰ ਸੰਧਵਾ ਨੂੰ ਚਿੱਠੀ ਲਿਖ ਰਹੇ ਨੇ। ਤੇ ਸੁਨੀਲ ਜਾਖੜ ਦੇ ਇਲਜ਼ਾਮ ਨੇ ਤੇ ਕਿਹਾ ਕਿ ਬੀਜੇਪੀ ਤੇ ਆਪਰੇਸ਼ਨ ਲੋਟਸ ਦੇ ਲੱਗੇ ਇਲਜ਼ਾਮ ਗਲਤ ਦੱਸ ਰਹੇ ਨੇ। ਬਦਲੇ ਬਦਲੇ ਮੇਰੇ ਸਰਕਾਰ ਨਜ਼ਰ ਆਉਂਦੇ ਨੇ, ਸਭ ਖੈਰੀਅਤ ਤਾਂ ਹੈ ਜਨਾਬ। ਇਹ ਜਾਖੜ ਦਾ ਅੰਦਾਜ਼ ਹੈ। ਸੁਨੀਲ ਜਾਖੜ ਬਹੁਤ ਸੀਨੀਅਰ ਆਗੂ ਨੇ ਪੰਜਾਬ ਦੇ ਵਿੱਚ, ਪੰਜਾਬ ਦੀ ਸਿਆਸਤ ਦੇ, ਤੇ ਉਹਨਾਂ ਦੇ ਵੱਲੋਂ ਕੁਝ ਇਸ ਅੰਦਾਜ਼ ਦੇ ਨਾਲ ਹੀ ਅੱਗੇ ਵੀ ਟਵੀਟ ਕੀਤੇ ਜਾਂਦੇ ਰਹੇ ਨੇ। ਇੱਕ ਵਾਰ ਫਿਰ ਤੋਂ ਕੀਤਾ ਗਿਆ ਔਰ ਉਹਨਾਂ ਨੇ ਟਵੀਟ ਦੇ ਵਿੱਚ ਕੀ ਕੁਝ ਲਿਖਿਆ ਉਹ ਤੁਹਾਨੂੰ ਦੱਸਾਂਗੇ। ਉਹਨਾਂ ਨੇ ਟਵੀਟ ਦੇ ਵਿੱਚ ਲਿਖਿਆ ਹੈ, ਉਹਨਾਂ ਨੇ ਟਵੀਟ ਦੇ ਵਿੱਚ ਕੀ ਲਿਖਿਆ ਉਹ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਲਿਖਿਆ। ਹੁਣ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵੀ ਬੀਜੇਪੀ ਦੀ ਹਮਾਇਤ ਦੇ ਵਿੱਚ ਉਤਰ ਆਏ ਨੇ। ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਲਿਖ ਕੇ ਕਹਿੰਦੇ ਨੇ ਕਿ ਬੀਜੇਪੀ ਤੇ ਲਗਾਏ ਗਏ ਆਪਰੇਸ਼ਨ ਲੋਟਸ ਦੇ ਇਲਜ਼ਾਮ ਬੋਗਸ ਸਨ। ਬਦਲੇ ਬਦਲੇ ਮੇਰੇ ਸਰਕਾਰ ਨਜ਼ਰ ਆਉਂਦੇ ਨੇ,
सब खैरियत है जनाब। ये प्रताप बाजवा ਨੂੰ ਲੈ ਕੇ ਤੰਜ ਕੱਸਿਆ ਜਾ ਰਿਹਾ ਹੈ। ਕਾਬਿਲ ਗੌਰ ਹੈ ਕਿ ਪ੍ਰਤਾਪ ਬਾਜਵਾ ਦੀ ਸਟੇਟਮੈਂਟ ਨੂੰ ਜੇ ਬਹੁਤ ਧਿਆਨ ਦੇ ਨਾਲ ਦੇਖਿਆ ਜਾਵੇ ਤਾਂ ਇੱਕ ਤਰੀਕੇ ਨਾਲ ਉਹ ਸਰਕਾਰ ਦੇ ਉੱਤੇ ਸਵਾਲ ਚੁੱਕ ਰਹੇ ਨੇ ਕਿ ਆਪਰੇਸ਼ਨ ਲੋਟਸ ਦਾ ਤੁਸੀਂ ਇਲਜ਼ਾਮ ਲਗਾਇਆ ਸੀ ਤਾਂ ਉਸ ਦੇ ਇਲਜ਼ਾਮਾਂ ਦਾ ਕੀ ਬਣਿਆ, ਕਿਸ ਦੇ ਉੱਤੇ ਪਰਚਾ ਹੋਇਆ, ਕਿਉਂਕਿ ਵਿਧਾਇਕਾਂ ਤੇ ਮੰਤਰੀਆਂ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਸ਼ਿਕਾਇਤ ਦਿੱਤੀ ਗਈ ਸੀ। ਸਤੰਬਰ 2022 ਦਾ ਪੂਰਾ ਮਾਮਲਾ ਹੈ। ਆਪਰੇਸ਼ਨ ਲੋਟਸ ਵਾਲੇ ਇਲਜ਼ਾਮ ਇਹ ਸੀ ਕਿ ਬੀਜੇਪੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣਾ ਚਾਹੁੰਦੀ ਹੈ, ਖਰੀਦ ਫਰੋਖਤ ਕਰਨਾ ਚਾਹੁੰਦੀ ਹੈ ਤੇ ਉਸ ਦੇ ਲਈ ਬਕਾਇਦਾ ਫੋਨ ਕੀਤੇ ਗਏ ਨੇ ਬਹੁਤ ਸਾਰੇ ਐਮਐਲਏਜ਼ ਨੂੰ। ਖੈਰ ਹੁਣ ਸਵਾਲ ਇਹ ਵੀ ਹੈ ਕਿ ਜੇ ਬੀਜੇਪੀ ਤੇ ਇਲਜ਼ਾਮ ਲੱਗੇ ਸੀ ਤਾਂ ਜਿਹੜੀ ਚਿੱਠੀ ਬਾਜਵਾ ਸਾਹਿਬ ਨੇ ਲਿਖ ਦਿੱਤੀ ਤਾਂ ਉਹ ਬੀਜੇਪੀ ਵੱਲੋਂ ਲਿਖੀ ਜਾਂਦੀ ਤਾਂ ਥੋੜਾ ਜਿਹਾ ਅਲੱਗ ਤਰੀਕੇ ਨਾਲ ਉਸ ਨੂੰ ਦੇਖਿਆ ਜਾਂਦਾ, ਪਰ ਕਾਂਗਰਸ ਦੇ ਆਗੂ ਨੇ ਲਿਖੀ ਹੈ ਤਾਂ ਉਸ ਦੇ ਉੱਤੇ ਤੰਜ ਕੱਸਦੇ ਹੋਏ ਸੁਨੀਲ ਜਾਖੜ ਨਜ਼ਰ ਆ ਰਹੇ। ਖੈਰ ਜਦੋਂ ਪੁਰਾਣੇ ਸਾਥੀ ਦੇ ਉੱਤੇ ਕੁਝ ਸ਼ਾਇਰਾਨਾ ਅੰਦਾਜ਼ ਦੇ ਵਿੱਚ ਤੰਜ ਕਸਣ ਫਿਰ ਫਰਕ ਤਾਂ ਪੈਂਦਾ ਹੈ। ਅੱਗੇ ਵਧਦਿਆਂ ਤੇ ਗੱਲ ਹੋਵੇਗੀ ਨਵੇਂ ਜਥੇਦਾਰ ਸਾਹਿਬ ਦੀ। ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਨਵੇਂ ਜਥੇਦਾਰ ਨੂੰ ਥਾਪ ਦਿੱਤਾ ਗਿਆ। ਤੇ ਐਸਜੀਪੀਸੀ ਦੀ ਹੋਈ ਅੰਤਰਿਮ ਕਮੇਟੀ ਬੈਠਕ ਦੇ ਵਿੱਚ ਜਥੇਦਾਰ ਨੂੰ ਹਟਾਉਣ ਦਾ ਫੈਸਲਾ ਲਿਆ ਗਿਆ, ਜਦਕਿ ਦਮਦਮਾ ਸਾਹਿਬ ਵਿਖੇ ਉਹਨਾਂ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ। ਹਾਲਾਂਕਿ ਐਸਜੀਪੀਸੀ ਦਾ ਦਾਅਵਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸਵੈ ਇੱਛਾ ਦੇ ਨਾਲ ਹੀ ਅਹੁਦਾ ਛੱਡਿਆ ਗਿਆ ਹੈ। ਅੱਜ ਇੱਥੇ ਅਸੀਂ ਐਗਜ਼ੈਕਟਿਵ ਦੇ ਵਿੱਚ ਇਹ ਫੈਸਲਾ ਕੀਤਾ ਕਿ ਤਖ਼ਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਆਪਣੀਆਂ ਸੇਵਾਵਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਆਪਣੀਆਂ ਨਿਰੰਤਰ ਜਾਰੀ ਰੱਖਣਗੇ ਬਤੌਰ ਜਥੇਦਾਰ ਸ੍ਰੀ ਦਮਦਮਾ ਸਾਹਿਬ। ਐਸਜੀਪੀਸੀ ਦੇ ਵੱਲੋਂ ਹੁਣ ਗਿਆਨੀ ਰਘੁਬੀਰ ਸਿੰਘ ਨੂੰ ਅਕਾਲ ਤਖਤ ਸਾਹਿਬ ਦਾ ਨਵਾਂ ਜਥੇਦਾਰ ਥਾਪ ਦਿੱਤਾ ਗਿਆ ਹੈ। ਗਿਆਨੀ ਰਘੁਬੀਰ ਸਿੰਘ ਮੌਜੂਦਾ ਸਮੇਂ 'ਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ। ਜਥੇਦਾਰ ਦੀਆਂ ਜਿਹੜੀਆਂ ਸੇਵਾਵਾਂ ਬਤੌਰ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਆ, ਉੱਥੇ ਉਹਨਾਂ ਕੋਲ ਐਡੀਸ਼ਨਲ ਚਾਰਜ ਸੀ, ਉਹ ਆਪਣੀਆਂ ਪੱਕੀਆਂ ਸੇਵਾਵਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੇ ਤੌਰ ਤੇ ਨਿਭਾਉਣਗੇ। ਤੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਐਮਪੀ ਰਾਘਵ ਚੱਡਾ ਦੀ ਮੰਗਣੀ 'ਚ ਸ਼ਮੂਲੀਅਤ ਕੀਤੀ ਗਈ ਸੀ, ਜਿਸ ਤੇ ਅਕਾਲੀ ਆਗੂ ਵਿਰਸਾ ਸਿੰਘ ਬਲਟੋਹਾ ਨੇ ਸਵਾਲ ਚੁੱਕੇ ਸਨ। ਹਾਲਾਂਕਿ ਹੁਣ ਐਸਜੀਪੀਸੀ ਨੇ ਅਜਿਹੇ ਕਿਸੇ ਵੀ ਵਿਵਾਦ ਨੂੰ ਜਥੇਦਾਰ ਸਾਹਿਬ ਦੇ ਨਾਲ ਜੋੜਨ ਤੋਂ ਇਨਕਾਰ ਕਰ ਦਿੱਤਾ। ਪਰ ਸਵਾਲ ਤਾਂ ਜ਼ਰੂਰ ਉੱਠ ਰਹੇ ਨੇ, ਪਰ ਇਸ ਸਭ ਦੇ ਵਿਚਾਲੇ ਗੱਲ ਗਿਆਨੀ ਰਘੁਬੀਰ ਸਿੰਘ ਦੀ ਵੀ, ਜਿਨ੍ਹਾਂ ਨੂੰ ਨਵਾਂ ਜਥੇਦਾਰ ਥਾਪਿਆ ਗਿਆ ਤਾਂ ਉਹਨਾਂ ਨੇ ਜਥੇਦਾਰ ਬਣਦਿਆਂ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ। ਤੇ ਗਿਆਨੀ ਰਘੁਬੀਰ ਸਿੰਘ ਨੇ ਜਥੇਦਾਰ ਬਣਾਏ ਜਾਣ ਤੇ ਸਿੱਖ ਪੰਥ ਦਾ ਧੰਨਵਾਦ ਕੀਤਾ। ਉਹਨਾਂ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸਵੈ ਇੱਛਾ ਦੇ ਨਾਲ ਅਹੁਦਾ ਛੱਡਣ ਅਤੇ ਉਹਨਾਂ ਨੂੰ ਪੱਕੇ ਤੌਰ ਤੇ ਜਥੇਦਾਰ ਲਗਾਏ ਜਾਣ ਦੇ ਲਈ ਐਸਜੀਪੀਸੀ ਦੀ ਵੀ ਸ਼ਲਾਘਾ ਕੀਤੀ। ਦੇਖੋ, ਜ਼ਰੂਰਤ ਵੀ ਸੀ ਸਮੇਂ-ਸਮੇਂ ਸਿੰਘ ਸਾਹਿਬਾਨ ਵੱਲੋਂ ਇਸ ਗੱਲ ਨੂੰ ਪ੍ਰਮੁੱਖਤਾ ਦੇ ਨਾਲ ਗੱਲ ਵੀ ਕੀਤੀ ਜਾਂਦੀ ਰਹੀ ਹੈ ਔਰ ਸ਼੍ਰੋਮਣੀ ਕਮੇਟੀ ਨੇ ਜਿਹੜਾ ਇਹ ਇੱਕ ਨਵੀਂ ਫਿਰਤ ਧੋ ਰਹੀ ਹੈ, ਫਿਰਤ ਪਾਈ ਗਈ, ਅੱਛਾ ਫੈਸਲਾ ਹੈ। ਜਥੇਦਾਰ ਰਘੁਬੀਰ ਸਿੰਘ ਦੇ ਮੁਤਾਬਿਕ ਉਹਨਾਂ ਦਾ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਚੰਗਾ ਸਹਿਚਾਰ ਹੈ ਤੇ ਉਹ ਅੱਗੇ ਵੀ ਇਕੱਠੇ ਮਿਲ ਕੇ ਕੰਮ ਕਰਦੇ ਰਹਿਣਗੇ। ਗਿਆਨੀ ਹਰਪ੍ਰੀਤ ਸਿੰਘ ਔਰ ਦਾਸ ਤਕਰੀਬਨ 6 ਸਾਲ ਇਕੱਠੇ ਅਸੀਂ ਸੇਵਾ ਨਿਭਾਈ ਹੈ, ਅੱਗੇ ਵੀ ਨਿਭਾਵਾਂਗੇ ਔਰ ਬਹੁਤ ਸਾਡਾ ਪਿਆਰ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਦੂਜੇ ਦੇ ਨਾਲ ਹਰ ਫੈਸਲਾ ਜਿਹੜਾ ਉਹ ਰਾਏ ਕਰਕੇ ਸਲਾਹ ਮਸ਼ਵਰਾ ਕਰਕੇ ਅਸੀਂ ਕਰਦੇ ਰਹੇ ਹਾਂ ਔਰ ਅੱਗੇ ਤੋਂ ਵੀ ਜਿਹੜਾ ਪ੍ਰੇਮ ਪਿਆਰ ਦੇ ਨਾਲ ਸਾਰਾ ਜਿਹੜਾ ਜੋ ਸੇਵਾ ਅਸੀਂ ਰਲ ਕੇ ਨਿਭਾਵਾਂਗੇ। ਉਧਰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਪੋਸਟ ਵੀ ਪਾਈ, ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਕੋਟ-ਕੋਟ ਸ਼ੁਕਰ ਅਕਾਲ ਪੁਰਖ ਜੀ ਅਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ। ਪਾਤਸ਼ਾਹ ਜੀ ਆਪਣੀ ਮਿਹਰ ਰੱਖਣਾ ਤੇ ਪਤ ਬਖਸ਼ਣਾ। ਤਾਂ ਨਵੇਂ ਜਥੇਦਾਰ ਸਾਹਿਬ ਮਿਲ ਚੁੱਕੇ ਨੇ। ਉਧਰ ਪੰਥ ਦੇ ਨਾਲ ਜੁੜੇ ਅਹਿਮ ਫੈਸਲੇ ਦੇ ਉੱਤੇ ਪ੍ਰਤੀਕਰਮ ਵੀ ਆਏ। ਪੰਥਕ ਆਗੂਆਂ ਨੇ ਸਵਾਲ ਵੀ ਚੁੱਕੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਹਿਮਾਇਤੀਆਂ ਨੇ ਸ਼੍ਰੋਮਣੀ ਕਮੇਟੀ ਦੀ ਪਿੱਠ ਥਾਪੀ ਤੇ ਪੱਕੇ ਤੌਰ ਤੇ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਅਕਾਲੀ ਦਲ ਦੇ ਆਗੂਆਂ ਨੇ ਸ਼ਲਾਘਾ ਕੀਤੀ। ਉੱਥੇ ਪੰਥਕ ਜਥੇਬੰਦੀਆਂ ਨੇ ਜਥੇਦਾਰ ਦੀ ਚੋਣ ਪ੍ਰਕਿਰਿਆ ਸਣੇ ਅਹੁਦੇ ਤੋਂ ਹਟਾਏ ਜਾਣ ਦੇ ਫੈਸਲੇ ਤੇ ਵੀ ਸਵਾਲ ਖੜੇ ਕੀਤੇ। ਸਾਡੇ ਤਖਤਾਂ ਦੇ ਜਥੇਦਾਰਾਂ ਨੂੰ ਲਾਉਣ ਤੇ ਹਟਾਉਣ ਦਾ, ਇਸ਼ਾਰੇ ਕਰਨ ਦਾ, ਲਿਫਾਫਿਆਂ ਚੋਂ ਜਥੇਦਾਰ ਕੱਢਣ ਦਾ ਉਹਨਾਂ ਚਿਰ ਕੌਮ ਦੇ ਅੰਦਰ ਮੈਂ ਸਮਝਦਾ ਕਿ ਕੋਈ
ਜਥੇਦਾਰ ਕਿਸੇ ਨੂੰ ਲਾ ਦਿਆ ਜਾਵੇ, ABCD ਕਿਸੇ ਨੂੰ ਬਣਾ ਦਿੱਤਾ ਜਾਵੇ, ਕੋਈ ਵੀ ਨਿਰਪੱਖ ਫੈਸਲੇ ਨਹੀਂ ਕਰ ਸਕਦਾ। ਗੱਲ ਸਿਆਸਤ ਦੀ ਕਰੀਏ ਤਾਂ ਬੀਜੇਪੀ ਨੇ ਖੁਦ ਨੂੰ ਇਸ ਮਾਮਲੇ ਤੋਂ ਦੂਰ ਰੱਖਿਆ। ਉੱਥੇ ਅਕਾਲੀ ਦਲ ਦੇ ਪੁਰਾਣੇ ਸਿਪਾਹੀ ਸੁਖਦੇਵ ਸਿੰਘ ਢੀਂਡਸਾ ਨੇ ਜਥੇਦਾਰ ਦੇ ਬਹਾਨੇ ਮੁੜ ਅਕਾਲੀ ਦਲ ਨੂੰ ਨਿਸ਼ਾਨੇ ਤੇ ਲਿਆ। ਬੀਜੇਪੀ ਇਹਦੇ 'ਚ ਨਿਯੁਕਤੀ ਕਿਹਦੀ ਕਰਦੇ ਆ, ਕਿਸ ਤਰ੍ਹਾਂ ਧਾਰਮਿਕ ਮਸਲੇ ਕੋਈ ਵੀ ਧਰਮ ਆਪਣੇ ਚਲਾਉਂਦਾ, ਅਸੀਂ ਉਹਦੇ 'ਚ ਕੋਈ ਦਖਲਅੰਦਾਜ਼ੀ ਨਹੀਂ ਕਰਦੇ, ਕੋਈ ਟੀਕਾ ਟਿੱਪਣੀ ਨਹੀਂ ਕਰਦੇ। ਸ਼੍ਰੋਮਣੀ ਅਕਾਲੀ ਦਲ ਦੇ ਅਜੇ ਬਣਾਇਆ ਬਾਦਲ ਦਾ, ਉਹ ਤਾਂ ਇਹ ਹੈ ਕਿ ਉਹ ਜੇ ਮਾੜਾ ਮੋਟਾ ਵੀ ਜ਼ਿਆਦਾ ਕਿਤੇ ਲਾ ਬੋਲ ਜੇ ਤੇ ਉਹਨੂੰ ਹਟਾ ਦਿੱਤਾ। ਉਹ ਹੁਣ ਥੋੜਾ ਥੋੜਾ ਬੋਲਣ ਲੱਗਿਆ ਸੀ, ਉਹਨੇ ਕਿਹਾ ਤੁਸੀਂ ਅਕਾਲੀ ਦਲ ਇਕੱਠੇ ਹੋ ਜਾਓ ਤੇ ਉਹਨੂੰ ਬਦਲ ਦਿੱਤਾ। ਤੇ ਫੈਸਲੇ ਤੋਂ ਬਾਅਦ ਬਿਆਨਬਾਜ਼ੀਆਂ ਸ਼ੁਰੂ ਹੋ ਗਈਆਂ। ਸਿੱਧੇ ਤੇ ਅਸਿੱਧੇ ਤੌਰ ਤੇ ਜਥੇਦਾਰ ਦੀ ਨਿਯੁਕਤੀ ਦੀ ਪ੍ਰਕਿਰਿਆ ਦੇ ਵਿੱਚ ਪਾਰਦਰਸ਼ਿਤਾ ਦੀ ਮੰਗ ਕੀਤੀ ਜਾ ਰਹੀ ਹੈ। ਖੈਰ, ਜਦੋਂ ਨਿਯੁਕਤੀ ਨੂੰ ਲੈ ਕੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਚੁੱਕੇ ਜਾਣ, ਫਿਰ ਫਰਕ ਤਾਂ ਪੈਂਦਾ। ਅਗਲੀ ਖਬਰ ਹੈ ਜਲੰਧਰ ਤੋਂ। ਜਲੰਧਰ ਦੇ ਭੋਗਪੁਰ ਦੇ ਵਿੱਚ ਬਣੇ ਗੁਰਦੁਆਰਾ ਸਾਹਿਬ ਦੇ ਅੰਦਰ ਹੈੱਡ ਗ੍ਰੰਥੀ ਬਦਲਣ ਨੂੰ ਲੈ ਕੇ ਦੋ ਧਿਰਾਂ ਆਪਸ ਦੇ ਵਿੱਚ ਟਕਰਾ ਗਈਆਂ। ਤੇ ਸੰਗਰਾਂਦ ਦੇ ਮੌਕੇ ਕੁਝ ਵਿਅਕਤੀਆਂ ਨੇ ਹੈੱਡ ਗ੍ਰੰਥੀ ਦੇ ਨਾਲ ਪਹਿਲਾਂ ਬਹਿਸਬਾਜ਼ੀ ਕੀਤੀ ਤੇ ਫਿਰ ਦੋਵੇਂ ਧਿਰਾਂ ਦੇ ਵਿਚਾਲੇ ਹੱਥੋਂ-ਪਾਈ ਸ਼ੁਰੂ ਹੋ ਗਈ, ਜਿਸ ਦੇ ਵਿੱਚ ਗ੍ਰੰਥੀ ਸਿੰਘ ਸਣੇ ਇੱਕ ਹੋਰ ਵਿਅਕਤੀ ਵੀ ਜ਼ਖਮੀ ਹੋ ਗਿਆ। ਵਾਰਦਾਤ ਸਰ ਸਾਡੇ ਕਮੇਟੀ ਮੈਂਬਰਾਂ ਨਾਲ ਸਾਡੀ ਕੋਈ ਰੰਜਿਸ਼ ਨਹੀਂ ਹੋ। ਰੰਜਿਸ਼ ਸਿਰਫ ਗਿਆਨੀ ਜੋ ਜਿਹੜਾ ਗ੍ਰੰਥੀ ਆ ਸਾਡੇ ਨਾਲ ਦੁਰਵਿਵਹਾਰ ਕਰਦਾ, ਸਾਡੇ ਨੂੰ ਜਿਹੜੀ ਹੈਗੀ ਆ ਕਮੇਟੀ ਮੈਂਬਰਾਂ ਨਾਲ ਬੁਰਾ ਭਲਾ ਬੋਲਦਾ ਆ, ਉਹ ਲਲਕਾਰੇ ਮਾਰਦਾ ਵੀ ਮੇਰਾ ਕੁਝ ਨਹੀਂ ਵਿਗਾੜ ਸਕਦਾ। ਜਦੋਂ ਕਿ ਗ੍ਰੰਥੀ ਸਿੰਘ ਦਾ ਇਲਜ਼ਾਮ ਹੈ ਕਿ ਉਸ ਨੂੰ 2 ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਜਾ ਰਹੀ ਤੇ ਹੁਣ ਉਸ ਤੇ ਹਮਲਾ ਕਰ ਦਿੱਤਾ ਗਿਆ। ਗ੍ਰੰਥੀ ਸਿੰਘ ਨੇ ਕੇਸਾਂ ਦੀ ਬੇਅਦਬੀ ਦੇ ਵੀ ਇਲਜ਼ਾਮ ਲਗਾਏ। ਅੱਜ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਦੋਂ ਮੈਂ ਤਨਖਾਹ ਮੰਗੀ, 2 ਮਹੀਨੇ ਹੋ ਗਏ ਮੈਨੂੰ ਤਨਖਾਹ ਨਹੀਂ ਦਿੱਤੀ ਗਈ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਅੱਜ ਮੇਰੇ ਤੇ ਹਮਲਾ ਕੀਤਾ ਗਿਆ। ਤਨਖਾਹ ਦੇ ਮੁੱਦੇ ਨੂੰ ਮੁੱਖ ਰੱਖਦਿਆਂ ਹਾਂ ਜਦੋਂ ਪੁੱਛਿਆ, ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੇਰੇ ਤੇ ਤੇਜ਼ਧਾਰ ਹਥਿਆਰ, ਮੇਰੇ ਕੇਸ ਪੁੱਟੇ ਗਏ, ਮੇਰੇ ਲੱਕ ਦੇ ਵਿੱਚ ਗੁੱਝੀਆਂ ਸੱਟਾਂ ਮਾਰੀਆਂ ਗਈਆਂ। ਇਹ ਜਦੋਂ ਮੈਂ ਆਪਣੀ ਪੱਗ ਮੇਰੀ ਉਤਾਰੀ ਗਈ। ਹਾਲਾਂਕਿ ਦੂਜੀ ਧਿਰ ਨੇ ਗ੍ਰੰਥੀ ਸਿੰਘ ਤੇ ਪੈਸਿਆਂ ਦਾ ਹਿਸਾਬ ਕਿਤਾਬ ਨਾ ਦੇਣ ਦੇ ਇਲਜ਼ਾਮ ਵੀ ਲਗਾਏ ਨੇ। ਫਿਲਹਾਲ ਮਾਮਲਾ ਪੁਲਿਸ ਦੇ ਕੋਲ ਪਹੁੰਚ ਚੁੱਕਾ ਹੈ ਤੇ ਪੁਲਿਸ ਜਾਂਚ ਕਰੇਗੀ ਕਿ ਆਖਿਰ ਸੱਚ ਬੋਲ ਕੌਣ ਰਿਹਾ ਹੈ। ਖੈਰ, ਸੱਚ ਕੌਣ ਹੈ, ਸੱਚਾ ਕੌਣ ਹੈ ਜਾਂ ਝੂਠਾ ਕੌਣ ਹੈ, ਇਹ ਜਾਂਚ ਦਾ ਵਿਸ਼ਾ ਹੈ। ਪਰ ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਕੰਪਲੈਕਸ ਦੇ ਵਿੱਚ ਹੀ ਹੱਥੋਂ ਪਾਈ ਕੋਈ ਹੋ ਜਾਵੇ, ਟਕਰਾਅ ਇਸ ਤਰੀਕੇ ਦਾ ਹੋ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਥੋੜੀ ਦੇਰ ਦੇ ਵਿੱਚ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕੁਝ ਅਜਿਹੀਆਂ ਤਸਵੀਰਾਂ ਜੋ ਵਿਚਲਿਤ ਕਰਦੀਆਂ ਨੇ, ਜੋ ਪਰੇਸ਼ਾਨ ਕਰ ਸਕਦੀਆਂ ਨੇ ਔਰ ਸਵਾਲ ਚੁੱਕਦੀਆਂ ਨੇ ਕਿ ਕੋਈ ਇਸ ਤਰੀਕੇ ਨਾਲ, ਕੋਈ ਮਾਂ ਆਪਣੇ ਬੱਚੇ ਨਾਲ, ਮਾਸੂਮ ਨਾਲ ਇਸ ਤਰੀਕੇ ਨਾਲ ਕਿਵੇਂ ਕਰ ਸਕਦੀ ਹੈ। ਇਸ ਕਰਕੇ ਲਿਖਣਾ ਪੈ ਰਿਹਾ ਹੈ ਕਿ ਮਾਸੂਮ ਹੈ, ਜਾਨਵਰ ਨਹੀਂ ਹੈ। ਪੂਰੀ ਖਬਰ ਕੀ ਹੈ, ਕੁਝ ਹੀ ਪਲਾਂ ਦੇ ਵਿੱਚ ਫਰਕ ਤਾਂ ਪੈਂਦਾ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ। ਉਧਰ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਦੀ ਕੋਠੀ ਵਿਵਾਦ ਗਰਮਾਉਂਦਾ ਹੋਇਆ, ਉਹਨਾਂ ਦੇ ਕੋਠੀ ਖਾਲੀ ਕਰਨ ਤੋਂ ਬਾਅਦ ਵੀ ਇਹ ਵਿਵਾਦ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ। ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇਤਾ ਵਿਧਾਇਕ ਮਾਣੂਕੇ ਦੀ ਕੋਠੀ ਦੇ ਉੱਤੇ ਕਥਿਤ ਕਬਜ਼ੇ ਦੇ ਮਾਮਲੇ ਨੂੰ ਲੁਧਿਆਣਾ ਦੀ 8.5 ਕਰੋੜ ਦੀ ਡਕੈਤੀ ਤੋਂ ਵੀ ਵੱਡਾ ਮਾਮਲਾ ਦੱਸ ਦਿੱਤਾ ਅਤੇ ਮਾਮਲੇ ਦੀ ਜਾਂਚ CBI ਤੋਂ ਕਰਵਾਉਣ ਦੀ ਮੰਗ ਵੀ ਕਰ ਦਿੱਤੀ। ਸਰ, ਇਹ ਕਿਹੜੇ ਕੰਮ ਨੂੰ ਬਣਾਇਆ? ਤਾਂ ਕੁਲਦੀਪ ਸਿੰਘ ਧਾਲੀਵਾਲ ਜੀ, ਆਹ ਤਾਂ ਤੁਹਾਡੇ ਕੋਲ ਇਸੇ ਟੈਸਟ ਤੇ ਬਾਕੀ ਜਗ੍ਹਾ ਤੁਸੀਂ ਸਾਰੇ ਕਬਜ਼ੇ ਛਡਾਉਂਦੇ ਫਿਰ ਦੋ, ਕਿਤੇ ਇਹ ਵੀ ਕਰਾ ਕੇ ਦਿਓ। ਬਾਕੀ ਕਬਜ਼ੇ ਤੁਸੀਂ ਛਡਾ ਰਹੇ ਹੋ, ਦੱਸ ਰਹੇ ਹੋ, ਆਓ ਇੱਥੇ ਪਹਿਲੇ ਆਹ ਕਬਜ਼ਾ ਹੀ ਇੱਕ ਛਡਾ ਕੇ ਵਿਖਾ ਦਿਓ, ਸੈਂਡ ਇਟ ਟੂ ਦ CBI। ਦਰਅਸਲ ਪ੍ਰਤਾਪ ਬਾਜਵਾ ਨੇ ਜਗਰਾਉਂ ਦੀ ਵਿਵਾਦਿਤ ਕੋਠੀ ਦੀ ਕਥਿਤ NRI ਮਾਲਕਿਨ ਅਮਰਜੀਤ ਕੌਰ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਕੁਲਦੀਪ ਕੌਰ ਨੂੰ ਨਾਲ ਲੈ ਕੇ ਪ੍ਰੈਸ ਕਾਨਫਰੰਸ ਕੀਤੀ, ਜਿਸ ਦੇ ਵਿੱਚ NRI ਮਹਿਲਾ ਕੁਲਦੀਪ ਕੌਰ ਨੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਦੇ ਉੱਤੇ ਉਹਨਾਂ ਦੀ ਕੋਠੀ ਨਹੀਂ ਛੱਡਣ ਦੇ ਇਲਜ਼ਾਮ ਲਗਾਏ। ਜਿਹੜੀ ਸਰਬਜੀਤ ਕੌਰ ਆ, ਉਹਨਾਂ ਨੇ ਇੰਨਾ ਟਾਈਮ ਡਿਲੇ ਕੀਤਾ ਜਿਹੜੇ 16 ਪੇਪਰ ਤਿਆਰ ਕਰਤਾ ਸੀ। ਹੁਣ ਉਹਨਾਂ ਨੇ ਪੇਸ਼ ਕੀਤਾ। ਕਰਨ ਸਿੰਘ ਵੀ ਹੁਣ ਆਇਆ, ਪਹਿਲਾਂ ਨਹੀਂ ਆਇਆ ਸੀਗਾ। ਕਰਨ ਸਿੰਘ ਜਿਹੜਾ ਹੈ ਇੰਤਜ਼ਾਮ ਕਰ ਰਿਹਾ। ਮਾਣੂਕੇ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਜਿਸ ਕੋਠੀ ਨੂੰ ਲੈ ਕੇ ਵਿਵਾਦ ਹੈ ਉਹ ਉਸ ਨੂੰ ਖਾਲੀ ਕਰ ਚੁੱਕੇ ਨੇ। ਖੈਰ, ਹੁਣ ਸਵਾਲ ਇਹ ਜ਼ਰੂਰ ਹੈ ਕਿ ਕੋਠੀ ਆਖਿਰ ਹੈ ਕਿਸ ਦੀ? ਜਿਨ੍ਹਾਂ ਦੀ ਕੋਠੀ ਉਹਨਾਂ ਦੇ ਕੋਲ ਪਹੁੰਚੀ ਜਾਂ ਨਹੀਂ,
ਫਿਲਹਾਲ ਵਿਧਾਇਕਾ ਜੋ ਉਸ ਕੋਠੀ ਨੂੰ ਕਿਰਾਏ ਦੇ ਉੱਤੇ ਲੈ ਕੇ ਰਹਿਣ ਦਾ ਦਾਅਵਾ ਕਰ ਰਹੇ ਸੀ ਉਹ ਤਾਂ ਕੋਠੀ ਤੋਂ ਬਾਹਰ ਆ ਚੁੱਕੇ ਨੇ, ਪਰ ਕੋਠੀ ਨੂੰ ਲੈ ਕੇ ਵਿਵਾਦ ਠੰਡਾ ਹੁੰਦਾ ਨਜ਼ਰ ਨਹੀਂ ਆ ਰਿਹਾ। ਉਧਰ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੀਪ ਸਿੰਘ ਸੇਖੋਂ ਦੀ ਪਾਇਲਟ ਗੱਡੀ ਨੇ ਇੱਕ ਬਾਈਕ ਦੇ ਨਾਲ ਉਸ ਦੀ ਟੱਕਰ ਹੋ ਗਈ। ਹਾਦਸੇ ਦੇ ਵਿੱਚ ਬਾਈਕ ਸਵਾਰ ਦੋਵੇਂ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਭੜਕੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਮੁਲਜ਼ਮ ਡਰਾਈਵਰ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣੇ ਦੇ ਬਾਹਰ ਮ੍ਰਿਤਕ ਦੇਹਾਂ ਰੱਖ ਕੇ ਧਰਨਾ ਲਗਾ ਦਿੱਤਾ। ਵੀ ਲੈ ਕੇ ਮੁੜਿਆ ਜਾਂਦਾ ਮਗਰ ਸੇਖੋ ਦੀ ਗੱਡੀ, ਇਹਦੀ ਪਾਇਲਟ ਗੱਡੀ ਜਾਂਦੀਆਂ, ਜਦੋਂ ਉਹਨੇ ਅਜੇ ਮੁੜਦਾ ਸੀ ਪਿੱਛੋਂ ਹੀ ਪਹਿਲਾਂ ਗੱਡੀ ਉੱਤੇ ਚੜਾ ਕੇ ਤੇ ਉਹ ਸਿਰ ਤਾਂ ਲਿਜਾ ਕੇ ਆਪਦੇ ਬੰਦੇ ਭਜਾ ਕੇ ਲੈ ਗਿਆ, ਆਪ ਵੀ ਭੱਜ ਕੇ ਲੈ ਗਿਆ। ਇਹਨਾਂ ਨੂੰ ਉੱਥੇ ਉਹ ਹਾਲ ਵੇਲੋ ਕੀ ਕੀਤਾ, ਇਹ ਸੇਖੋ ਆ ਮਾਰ ਕੇ ਗਿਆ ਖੁਦ। ਧਰਨੇ ਦੀ ਖਬਰ ਤੋਂ ਬਾਅਦ ਵਿਧਾਇਕ ਵੀ ਮੌਕੇ ਦੇ ਉੱਤੇ ਪਹੁੰਚ ਗਏ। ਐਮਐਲਏ ਨੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਮੇਰੇ ਆਉਣ ਤੋਂ ਥੋੜਾ ਸਮਾਂ ਪਹਿਲਾਂ ਐਕਸੀਡੈਂਟ ਹੋ ਗਿਆ ਗੱਡੀ ਪਿੰਡਾਂ ਦੇ ਵਿੱਚ, ਇੱਥੇ ਆ ਕੇ ਪਤਾ ਲੱਗਾ ਮੇਰੇ ਹੀ ਹਲਕੇ ਦੇ ਪਿੰਡ ਢੋਟੀ ਵਾਲੇ ਦੇ ਦੋਨੇ ਪਰਿਵਾਰ ਬਹੁਤ ਦੁਖਦਾਈ ਘਟਨਾ ਹੈ। ਉਮਰ ਦੇ ਵਿੱਚ ਨੌਜਵਾਨ ਹੈ, ਇੱਕ ਬਜ਼ੁਰਗ ਹੈ, ਪਰਿਵਾਰ ਨੂੰ ਹਰ ਇੱਕ ਬੰਦੇ ਦੀ ਲੋੜ ਸੀ ਤੇ ਬੜਾ ਦੁਖਦਾਈ ਖਬਰ। ਪਾਇਲਟ ਗੱਡੀ ਦੇ ਡਰਾਈਵਰ ਅੰਗਰੇਜ਼ ਸਿੰਘ ਦੇ ਉੱਤੇ ਕੇਸ ਦਰਜ ਹੋਣ ਤੋਂ ਬਾਅਦ ਪੀੜਤ ਪਰਿਵਾਰਾਂ ਦੇ ਲੋਕਾਂ ਨੇ ਧਰਨਾ ਖਤਮ ਕੀਤਾ। ਦੱਸਿਆ ਜਾ ਰਿਹਾ ਕਿ ਟੱਕਰ ਤੋਂ ਬਾਅਦ ਪਾਇਲਟ ਗੱਡੀ ਦਾ ਡਰਾਈਵਰ ਮੌਕੇ ਤੋਂ ਭੱਜ ਗਿਆ ਸੀ, ਜਿਸ ਗੱਲ ਤੋਂ ਮ੍ਰਿਤਕਾਂ ਦੇ ਪਰਿਵਾਰ ਵਾਲੇ ਭੜਕ ਗਏ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਝੋਨੇ ਦੀ। ਪੰਜਾਬ ਸਰਕਾਰ ਦੇ ਵੱਲੋਂ ਝੋਨੇ ਦੀ ਲਵਾਈ ਦੇ ਲਈ ਪੰਜਾਬ ਨੂੰ 3 ਜ਼ੋਨ ਦੇ ਵਿੱਚ ਵੰਡਿਆ ਗਿਆ, ਪਰ ਇਸ ਦੇ ਬਾਵਜੂਦ ਵੀ ਕੁਝ ਕਿਸਾਨ ਤਰੀਕਾਂ ਤੋਂ ਉਲਟ ਜਾ ਕੇ ਯਾਨੀ ਕਿ ਸਮੇਂ ਤੋਂ ਪਹਿਲਾਂ ਹੀ ਝੋਨਾ ਲਗਾਉਂਦੇ ਨਜ਼ਰ ਆਏ ਨੇ। ਕੁਝ ਤਸਵੀਰਾਂ ਆਈਆਂ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਕਿਸਾਨ ਦੇ ਵੱਲੋਂ ਝੋਨਾ ਲਗਾਇਆ ਜਾ ਰਿਹਾ ਸੀ, ਜਿਸ ਨੂੰ ਖੇਤੀਬਾੜੀ ਟੀਮ ਨੇ ਮੌਕੇ ਤੇ ਹੀ ਵਾਹ ਦਿੱਤਾ ਤੇ ਸਰਕਾਰੀ ਹੁਕਮਾਂ ਨੂੰ ਲਾਗੂ ਕਰਵਾਇਆ। ਸਰਕਾਰ ਨੇ ਇੱਕ ਮਿਤੀ ਨਿਸ਼ਚਿਤ ਕੀਤੀ ਹੋਈ ਸੀਗੀ ਕਿ ਇਸ ਮਿਤੀ ਤੋਂ ਪਹਿਲਾਂ ਜਿਹੜਾ ਆ ਉਹ ਝੋਨਾ ਨਹੀਂ ਲਗਾਇਆ ਜਾਣਾ। ਉਹ ਸਾਡੇ ਜਿਹੜਾ ਜ਼ਿਲ੍ਹੇ ਵਾਸਤੇ ਉਹ ਜਿਹੜੀ ਆ 21 ਤਰੀਕ ਆ, 21 ਤਰੀਕ ਤੋਂ ਝੋਨਾ ਲੱਗਣਾ ਸਟਾਰਟ ਹੋਣਾ। ਸੋ ਅਸੀਂ ਉਹ ਸ਼ਿਕਾਇਤ ਦੇ ਆਧਾਰ ਤੇ ਇਹਨਾਂ ਤੇ ਕਾਰਵਾਈ ਕਰਨ ਆਏ ਆ ਤੇ ਜਿਹੜਾ ਇਹਨਾਂ ਦਾ ਝੋਨਾ ਜਿੰਨਾ ਵੀ ਲੱਗਿਆ ਗਿਆ ਉਹ ਵਹਾ ਦਿੱਤਾ ਗਿਆ। ਪਰ ਹੱਦ ਤੋਂ ਉਸ ਵੇਲੇ ਹੋ ਗਈ ਜਦੋਂ ਕਿਸਾਨ ਨੇ ਖੇਤੀਬਾੜੀ ਅਫਸਰਾਂ ਦੀ ਟੀਮ ਨੂੰ ਰਿਸ਼ਵਤ ਦੀ ਆਫਰ ਕਰ ਦਿੱਤੀ, ਜਿਸ ਨੂੰ ਅਧਿਕਾਰੀਆਂ ਨੇ ਤੁਰੰਤ ਠੁਕਰਾ ਦਿੱਤਾ ਤੇ ਕਿਸਾਨ ਤੋਂ ਹੀ ਝੋਨਾ ਵੀ ਵਹਾਇਆ। ਸੇਵਾ ਕਿਹੜੀ ਦੇਣ ਲੱਗੇ ਆ ਜੀ? ਗਲਤੀ ਹੋ ਗਈ ਹੈ, ਇਹ ਕੰਮ ਨਾ ਕਰੋ, ਤੁਸੀਂ ਸਰਕਾਰੀ ਬੰਦੇ ਆ, ਇਦਾਂ ਦੀਆਂ ਗੱਲਾਂ ਕਿ ਤੁਹਾਨੂੰ ਚੰਗੀਆਂ ਲੱਗਦੀਆਂ ਗੱਲਾਂ। ਸੇਵਾ ਕਿਹੜੀ ਦੇਣੀ ਆ? ਸੇਵਾ ਤੇ ਤੁਹਾਨੂੰ ਫੋਕਾ ਪਾਣੀ ਪਾਣੇ ਪਾਣੀ ਨਹੀਂ ਫਿਰ ਤੁਸੀਂ ਪਾਣੀ ਪੀਤਾ ਸੀ ਪੀ ਲੈਂਦੇ ਆ, ਤੁਸੀਂ ਸੇਵਾ ਕਿਹੜੀ ਕਹਿੰਦੇ ਆ? ਘਰ ਨੂੰ ਹੋਰ ਸੇਵਾ ਤੇ ਕੀ ਕਰਨਾ, ਇੱਥੇ ਦਾਰੂ ਅਸੀਂ ਨਾ ਪੀਂਦੇ ਖਾਂਦੇ ਅਸੀਂ ਨੇ ਆਫਰ ਕਿਹੜੀ ਕਰਦੇ ਫਿਰ? ਕੋਈ ਨਹੀਂ ਹੈ ਕੋਈ ਨਹੀਂ। ਹੁਸ਼ਿਆਰਪੁਰ ਨੂੰ ਪੰਜਾਬ ਸਰਕਾਰ ਨੇ ਤੀਜੇ ਜ਼ੋਨ ਦੇ ਵਿੱਚ ਰੱਖਿਆ ਹੈ, ਜਿੱਥੇ 21 ਜੂਨ ਤੋਂ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋਵੇਗਾ, ਪਰ ਇਸ ਦੇ ਬਾਵਜੂਦ ਵੀ ਕੁਝ ਕਿਸਾਨ ਨੇ ਕਿ ਮੰਨਣ ਨੂੰ ਤਿਆਰ ਹੀ ਨਹੀਂ। ਖੈਰ 21 ਜੂਨ ਤੱਕ ਤਾਂ ਸਾਰੇ ਪੰਜਾਬ ਦੇ ਵਿੱਚ ਝੋਨਾ ਲੱਗੇਗਾ ਜਾਂ ਲਗਾਉਣਾ ਸ਼ੁਰੂ ਕਰ ਦਿੱਤਾ ਜਾਏਗਾ, ਪਰ ਕੁਝ ਥਾਵਾਂ ਦੇ ਉੱਤੇ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਗਈ ਹੈ। 16 ਜੂਨ ਤੋਂ ਹੀ ਅਸਲ ਜਿਹੜੀ ਲਵਾਈ ਉਹ ਸ਼ੁਰੂ ਹੋਈ ਹੈ। ਅੱਗੇ ਵਧਦੇ ਤੇ ਵਾਰੀ ਹੁਣ ਅੱਜ ਦੇ ਸਵਾਲ ਦੀ। ਸਵਾਲ ਚਾਵਲਾਂ ਦੇ ਨਾਲ, ਚੌਲਾਂ ਦੇ ਨਾਲ ਹੀ ਜੁੜਿਆ ਹੋਇਆ ਇਹ ਸਵਾਲ ਹੈ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਪੈਡੀ ਹੈ, ਝੋਨਾ ਉਹ ਲਗਾਇਆ ਜਾਂਦਾ ਹੈ, ਚਾਵਲ ਦੀ ਖੇਤੀ ਹੁੰਦੀ ਹੈ। ਤੇ ਅੱਜ ਸਾਡਾ ਸਵਾਲ ਚੌਲਾਂ ਦੀ ਪੈਦਾਵਾਰ ਦੇ ਨਾਲ ਜੁੜਿਆ ਹੋਇਆ। ਤੁਹਾਡੀ ਸਕਰੀਨ ਦੇ ਉੱਤੇ ਅੱਜ ਦਾ ਸਵਾਲ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਧ ਕਿਸ ਦੇਸ਼ ਦੇ ਵਿੱਚ ਹੁੰਦੀ ਹੈ ਚੌਲ ਦੀ ਪੈਦਾਵਾਰ? ਜਿਹੜੇ ਚੌਲ ਨੇ ਉਹ ਦੁਨੀਆ 'ਚ ਕਿਹੜੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਲਗਾਏ ਜਾਂਦੇ ਨੇ ਜਾਂ ਪੈਦਾਵਾਰ ਕਿੱਥੇ ਹੁੰਦੀ ਹੈ, ਪ੍ਰੋਡਕਸ਼ਨ ਸਭ ਤੋਂ ਜ਼ਿਆਦਾ ਕਿੱਥੇ ਹੈ? ਇਹ ਭਾਰਤ ਦੇ ਵਿੱਚ, ਬੀ ਚੀਨ ਦੇ ਵਿੱਚ, ਸੀ ਜਾਪਾਨ ਦੇ ਵਿੱਚ ਜਾਂ ਆਪਸ਼ਨ ਡੀ ਬ੍ਰਾਜ਼ੀਲ ਦੇ ਵਿੱਚ? ਸਹੀ ਜਵਾਬ ਕੀ ਹੈ ਪੂਰੀ ਜਾਣਕਾਰੀ ਦੇ ਨਾਲ ਤੁਹਾਡੇ ਤੱਕ ਪਹੁੰਚਾਵਾਂਗੇ ਪ੍ਰੋਗਰਾਮ ਦੇ ਦੌਰਾਨ। ਅੱਗੇ ਵਧਦੇ ਹਾਂ ਤੇ ਹੁਣ ਖਬਰ ਉਸ ਬੱਚੇ ਦੇ ਨਾਲ, ਉਸ ਮਾਸੂਮ ਦੇ ਨਾਲ ਜੁੜੀ ਹੋਈ ਜਿਸ ਦੇ ਉੱਤੇ ਤਸ਼ੱਦਦ ਹੋਇਆ। ਫਿਰੋਜ਼ਪੁਰ ਦੇ ਪਿੰਡ ਮੋਹਨ ਦੇ ਵਿੱਚ ਇੱਕ ਮਾਂ ਆਪਣੇ ਹੀ ਬੱਚੇ ਦੇ ਗਲ ਦੇ ਵਿੱਚ ਰੱਸੀ ਪਾ ਕੇ ਉਸ ਨੂੰ ਦਰਖਤ ਦੇ ਨਾਲ ਬੰਨ੍ਹ ਦਿੰਦੀ ਹੈ। ਉਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਇਸ ਕਰਕੇ ਕਹਿਣਾ ਪੈ ਰਿਹਾ ਕਿ ਇਹ ਮਾਸੂਮ ਹੈ, ਕੋਈ ਜਾਨਵਰ ਨਹੀਂ ਹੈ। ਰਿਪੋਰਟ ਦੇਖੋ। ਤੇ ਬੱਚਾ ਰੋਂਦਾ ਰਿਹਾ ਪਰ ਮਾਂ ਨੂੰ ਤਰਸ ਨਹੀਂ ਆਇਆ। ਬੱਚੇ ਦੇ ਗਲ 'ਚ ਜਾਨਵਰਾਂ ਵਾਂਗੂ ਰੱਸਾ ਪਾਇਆ ਤੇ ਉਸ ਨੂੰ ਦਰਖਤ ਦੇ ਨਾਲ ਨੂੜ ਦਿੱਤਾ। ਉਧਰ ਬੱਚੇ ਦੇ ਪਿਤਾ ਨੇ ਇਸ ਦੀ ਵੀਡੀਓ ਬਣਾ ਲਈ। ਵੀਡੀਓ ਸਾਹਮਣੇ ਆਉਂਦੇ ਹੀ ਪੁਲਿਸ ਨੇ ਬੱਚੇ ਦੇ ਮਾਤਾ-ਪਿਤਾ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦੇ ਮੁਤਾਬਿਕ ਬੱਚੇ ਦੀ ਮਾਂ ਉਸ ਦੀਆਂ ਸ਼ਰਾਰਤਾਂ ਤੋਂ ਪਰੇਸ਼ਾਨ ਸੀ। ਉਹ ਕਹਿੰਦੀ ਨਹੀਂ ਮੈਂ ਬੰਨ ਦੇਣਾ, ਜੇ ਨਹੀਂ ਤੁਸੀਂ ਚੁੱਕੋਗੇ। ਉਹ ਕਹਿੰਦਾ ਮੈਂ ਨਹੀਂ ਚੁੱਕਣਾਗਾ।
ਇਸ ਕਰਕੇ ਉਹਨੇ ਰੱਸੇ ਨਾਲ ਬੰਨ੍ਹਤਾ। ਫਾਦਰ ਨੇ ਬੱਚੇ ਦੇ ਨੇ ਵੀਡੀਓ ਬਣਾਈ ਆ ਤੇ ਮਦਰ ਤੇ ਫਾਦਰ ਤੇ ਅਸੀਂ ਜਿਹੜਾ ਹੈਗਾ ਕਿ 341 323 75 ਜੁਵਨਾਈਲ ਜਸਟਿਸ ਐਕਟ ਜਿਹੜਾ ਉਹਦੇ ਸੰਬੰਧ ਦੇ ਵਿੱਚ ਅਸੀਂ ਮੁਕੱਦਮਾ ਜਿਹੜਾ ਉਹ ਦਰਜ ਕਰਤਾ। ਫਿਲਹਾਲ ਦੋਵੇਂ ਪਤੀ ਪਤਨੀ ਪੁਲਿਸ ਦੀ ਗਿਰਫਤ ਦੇ ਵਿੱਚ ਨੇ, ਜਦਕਿ 3 ਸਾਲ ਦੇ ਮਾਸੂਮ ਨੂੰ ਦੇਖ-ਰੇਖ ਦੇ ਲਈ ਪੁਲਿਸ ਨੇ ਉਸ ਦੇ ਨਾਨੇ ਦੇ ਹਵਾਲੇ ਕਰ ਦਿੱਤਾ ਹੈ। ਖੈਰ ਇਸ ਪੂਰੇ ਮਾਮਲੇ ਦੇ ਵਿੱਚ ਇਸ ਸਮੇਂ ਅਪਡੇਟ ਇਹ ਵੀ ਹੈ ਕਿ ਮਾਤਾ ਪਿਤਾ ਨੂੰ ਫਿਲਹਾਲ ਦੇ ਲਈ ਪੁਲਿਸ ਨੇ ਰਿਹਾ ਕਰ ਦਿੱਤਾ ਹੈ। ਜ਼ਰੂਰ ਕੁਝ ਧਾਰਾਵਾਂ ਲਗਾਈਆਂ ਗਈਆਂ ਸੀ, ਉਸ ਤੋਂ ਬਾਅਦ ਕਾਨੂੰਨ ਦੇ ਮੁਤਾਬਿਕ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ, ਪਰ ਚੇਤਾਵਨੀ ਜ਼ਰੂਰ ਦਿੱਤੀ ਗਈ ਹੈ। ਤੇ ਸਵਾਲ ਵੀ ਇਸ ਮਾਪਿਆਂ ਦੇ ਸਾਹਮਣੇ ਜ਼ਰੂਰ ਨੇ ਕਿ ਬੱਚਾ 3 ਸਾਲ ਦਾ ਕਿੰਨੀਆਂ ਕੁ ਇਲਤਾਂ ਕਰਦਾ ਹੋਏਗਾ ਜਾਂ ਕਿੰਨੀਆਂ ਕੁ ਸ਼ਰਾਰਤਾਂ ਕਰਦਾ ਹੋਏਗਾ ਕਿ ਆਖਿਰ ਉਸ ਨੂੰ ਇਸ ਤਰੀਕੇ ਨਾਲ ਦਰਖਤ ਦੇ ਨਾਲ ਬੰਨ੍ਹ ਦਿੱਤਾ ਗਿਆ। ਖੈਰ ਜਦੋਂ ਆਪਣੀ ਹੀ ਔਲਾਦ ਦੇ ਨਾਲ ਜਾਨਵਰਾਂ ਵਰਗਾ ਸਲੂਕ ਕੋਈ ਮਾਂ ਕਰੇ ਫਿਰ ਫਰਕ ਤਾਂ ਬਹੁਤ ਪੈਂਦਾ ਹੈ। ਅੱਗੇ ਵਧਦੇ ਤੇ ਖਬਰ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਦੇ ਵਿੱਚ ਇੱਕ ਹਸਪਤਾਲ ਤੇ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ, ਜਿਸ ਦਾ ਖਮਿਆਜ਼ਾ ਕਈ ਮਰੀਜ਼ਾਂ ਨੂੰ ਭੁਗਤਣਾ ਪਿਆ। ਪੀਲਾ ਪੰਜਾ ਲੈ ਕੇ ਪ੍ਰਸ਼ਾਸਨ ਦੀ ਟੀਮ ਪਹੁੰਚੀ ਤੇ ਭੰਨ-ਤੋੜ ਦੇ ਦੌਰਾਨ ਪ੍ਰਸ਼ਾਸਨ ਨੇ ਬਿਜਲੀ ਦੀ ਸਪਲਾਈ ਬੰਦ ਨਹੀਂ ਕੀਤੀ ਅਤੇ ਸਪਾਰਕਿੰਗ ਹੋ ਗਈ, ਜਿਸ ਕਾਰਨ ਹਸਪਤਾਲ ਦੀ ਬੱਤੀ ਹੀ ਚਲੀ ਗਈ ਤੇ ਮਰੀਜ਼ ਤਪਦੀ ਗਰਮੀ ਦੇ ਵਿੱਚ ਕਈ ਘੰਟੇ ਤੜਪਦੇ ਰਹੇ। ਉਧਰ ਹਸਪਤਾਲ ਦੇ ਡਾਕਟਰਾਂ ਨੇ ਪ੍ਰਸ਼ਾਸਨ ਦੀ ਕਾਰਵਾਈ ਤੇ ਸਵਾਲ ਚੁੱਕੇ ਅਤੇ ਹਸਪਤਾਲ ਦਾ ਮਾਹੌਲ ਦੇਖ ਨਿਗਮ ਅਧਿਕਾਰੀਆਂ ਤੇ ਭੱਜਣ ਦੇ ਇਲਜ਼ਾਮ ਵੀ ਲਗਾ ਦਿੱਤੇ। ਦਰਅਸਲ ਹਸਪਤਾਲ ਤੇ ਬਿਨਾਂ ਨਿਗਮ ਦੀ ਇਜਾਜ਼ਤ ਦੇ ਉਸਾਰੀ ਕਰਵਾਉਣ ਦੇ ਇਲਜ਼ਾਮ ਲੱਗੇ ਨੇ, ਜਿਸ ਨੂੰ ਕਿ ਨਿਗਮ ਅਧਿਕਾਰੀ ਹਟਾਉਣ ਪਹੁੰਚੇ ਤੇ ਇਸ ਦੌਰਾਨ ਅਧਿਕਾਰੀਆਂ ਨੂੰ ਲੈਣੇ ਦੇ ਦੇਣੇ ਪੈ ਗਏ। ਹੁਣ ਅੱਗੇ ਵਧਦੇ ਹਾਂ ਤੇ ਰੁਕ ਕਰਾਂਗੇ ਇਤਿਹਾਸ ਦਾ। 16 ਜੂਨ ਦਾ ਇਤਿਹਾਸ ਕੀ ਕੁਝ ਕਹਿੰਦਾ, ਹੁਣ ਜ਼ਿਕਰ ਉਸ ਦਾ। 16 ਜੂਨ ਦਾ ਇਤਿਹਾਸ ਪੁਲਾੜ ਦੇ ਨਾਲ ਜੁੜਿਆ ਹੋਇਆ, ਅੰਤਰਿਕਸ਼ ਦੇ ਨਾਲ। 16 ਜੂਨ ਦਾ ਇਤਿਹਾਸ ਕਹਿੰਦਾ ਹੈ ਕਿ ਪਹਿਲੀ ਵਾਰ ਇੱਕ ਮਹਿਲਾ ਨੇ ਪੁਲਾੜ ਦੇ ਉੱਤੇ ਕਦਮ ਰੱਖਿਆ ਸੀ। 16 ਜੂਨ 1963 ਨੂੰ ਸੋਵੀਅਤ ਸੰਘ ਦੇ ਇੱਕ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਈ ਵੈਲੈਂਟੀਨਾ ਟੇਰੇਸ਼ਕੋਵਾ ਨੇ ਪੁਲਾੜ ਦੇ ਵਿੱਚ ਕਦਮ ਰੱਖਿਆ ਸੀ। ਵੈਲੈਂਟੀਨਾ ਨੂੰ ਸਪੇਸ ਕ੍ਰਾਫਟ ਦੇ ਉੱਤੇ ਇੱਕ ਸੋਲੋ ਮਿਸ਼ਨ ਦੇ ਉੱਤੇ ਲਾਂਚ ਕੀਤਾ ਗਿਆ ਸੀ। ਇਹ ਪੁਲਾੜ ਦੇ ਵਿੱਚ ਭੇਜੇ ਗਏ ਪਹਿਲੇ ਹਿਊਮਨ ਯੂਰੀ ਗਾਗਰਿਨ ਦੀ ਸਪੇਸ ਯਾਤਰਾ ਦੇ 2 ਸਾਲ ਬਾਅਦ ਹੋ ਰਿਹਾ ਸੀ। ਵੈਲੈਂਟੀਨਾ ਨੇ ਪ੍ਰਿਥਵੀ ਦੀ ਪਰਿਕਰਮਾ ਕਰਦੇ ਹੋਏ 70 ਘੰਟੇ ਤੋਂ ਜ਼ਿਆਦਾ ਦਾ ਸਮਾਂ ਬਿਤਾਇਆ ਸੀ ਪੁਲਾੜ ਦੇ ਵਿੱਚ। ਕਾਬਿਲ-ਏ-ਗੌਰ ਹੈ ਕਿ ਪਹਿਲੀ ਭਾਰਤੀ ਮਹਿਲਾ ਕਲਪਨਾ ਚਾਵਲਾ ਬਣੀ ਜਿਨ੍ਹਾਂ ਨੇ ਪੁਲਾੜ ਦੇ ਉੱਤੇ ਕਦਮ ਰੱਖਿਆ। ਛੋਟੇ ਜਿਹੇ ਬ੍ਰੇਕ ਦਾ ਵੇਲਾ ਹੋ ਚਲਿਆ। ਬ੍ਰੇਕ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਵਿਆਹ ਟੁੱਟਿਆ ਕਿਉਂ ਹੈ, ਸੈਲਫੀ ਦੀ ਵਜ੍ਹਾ ਤੇ। ਸੈਲਫੀ ਦੇ ਚੱਕਰ ਦੇ ਵਿੱਚ ਟੁੱਟ ਗਿਆ ਵਿਆਹ, ਪੂਰਾ ਮਾਮਲਾ ਕੀ ਹੈ ਦੱਸਾਂਗੇ ਬ੍ਰੇਕ ਤੋਂ ਬਾਅਦ। इस न्यूज हेडलाइंस के प्रायोजक कनाडा दा वर्क वीजा प्री अप्रूव्ड लिमिया दे नाल अप्लाई करो। रजिस्टर विद द येलो लीफ, नो एज लिमिट। इस न्यूज हेडलाइंस के प्रायोजक कनाडा दा वर्क वीजा प्री अप्रूव्ड लिमिया दे नाल अप्लाई करो। रजिस्टर विद द येलो लीफ, नो एज लिमिट। ਪ੍ਰੋਗਰਾਮ ਦੇ ਦੌਰਾਨ ਹੀ ਅਸੀਂ ਤੁਹਾਡੇ ਸਾਹਮਣੇ ਜਵਾਬ ਦੇ ਨਾਲ ਪੂਰੀ ਜਾਣਕਾਰੀ ਦੇ ਨਾਲ ਜਵਾਬ ਰੱਖਾਂਗੇ। ਉਧਰ ਕੈਨੇਡਾ ਦੇ ਵਿੱਚ ਡਿਪੋਰਟੇਸ਼ਨ ਦਾ ਖਤਰਾ ਚੱਲ ਰਹੇ ਵਿਦਿਆਰਥੀਆਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ। ਕੈਨੇਡਾ ਤੋਂ ਆਈ ਹੈ ਗੁੱਡ ਨਿਊਜ਼। ਇਹ ਰਾਹਤ ਮਿਲੀ ਹੈ ਕੈਨੇਡਾ ਸਰਕਾਰ ਦੇ ਤਾਜ਼ਾ ਤਰੀਨ ਫੈਸਲੇ ਦੇ ਨਾਲ, ਜਿਸ ਨੇ ਸਾਰੇ ਵਿਦਿਆਰਥੀਆਂ ਦੀ ਡਿਪੋਰਟੇਸ਼ਨ ਫਿਲਹਾਲ ਰੋਕ ਦਿੱਤੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਨ ਨੇ ਐਲਾਨ ਕੀਤਾ ਕਿ ਧੋਖਾਧੜੀ ਦੇ ਸ਼ਿਕਾਰਾਂ ਦੀ ਮਦਦ ਅਤੇ ਉਹਨਾਂ ਦੇ ਬਚਾਅ ਦੇ ਲਈ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਡਿਪੋਰਟੇਸ਼ਨ ਦੇ ਹੁਕਮਾਂ ਨੂੰ ਰਿਵਿਊ ਕਰਕੇ ਰੋਕ ਦਿੱਤਾ ਗਿਆ ਹੈ। ਜਿਹੜੇ ਵਿਦਿਆਰਥੀ ਧੋਖਾਧੜੀ ਦਾ ਸ਼ਿਕਾਰ ਹੋਏ ਨੇ ਉਹਨਾਂ ਨੂੰ ਡਿਪੋਰਟ ਨਹੀਂ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਰਹਿਣ ਦੀ ਇਜਾਜ਼ਤ ਹੋਵੇਗੀ। ਜੋ ਧੋਖਾਧੜੀ ਦੇ ਵਿੱਚ ਸ਼ਾਮਲ ਪਾਏ ਗਏ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਏਗਾ। ਸ਼ੌਨ ਫਰੇਜ਼ਨ ਨੇ ਕਿਹਾ ਕਿ ਧੋਖਾਧੜੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਦੀ ਖੈਰ ਸੁੱਖ ਉਹਨਾਂ ਦੀ ਪਹਿਲ ਹੈ। Those international students who are genuine applicants that came to Canada to study and were victimized by fraudsters will be given permission to remain in Canada.
those who were complicit in a fraudulent scheme will be held accountable for their actions and will bear the full consequences of Canadian law for their illicit behavior in this particular instance. We need to do what we can to protect the ability of those innocent people to remain in Canada. ਜਦੋਂ ਵਿਦੇਸ਼ ਦੇ ਵਿੱਚ ਅੱਧ ਵਿਚਾਲੇ ਲਟਕੇ ਵਿਦਿਆਰਥੀਆਂ ਨੂੰ ਲੰਬੇ ਸੰਘਰਸ਼ ਤੋਂ ਬਾਅਦ ਆਰਜ਼ੀ ਰਾਹਤ ਮਿਲੇ, ਫਿਰ ਫਰਕ ਤਾਂ ਪੈਂਦਾ ਹੈ। ਜੀ ਬਿਲਕੁਲ, ਡਿਪੋਰਟ ਹੋਣ ਵਾਲੀ ਜਿਹੜੀ ਤਲਵਾਰ ਲਟਕ ਰਹੀ ਸੀ ਫਿਲਹਾਲ ਦੇ ਲਈ ਤਾਂ ਟਲ ਗਈ ਹੈ, ਤੇ ਜਿਹੜੇ ਜਿਨ੍ਹਾਂ ਦੇ ਨਾਲ ਫਰਜ਼ੀਵਾੜਾ ਹੋਇਆ ਉਹਨਾਂ ਦੇ ਲਈ ਰਾਹਤ ਦੀ ਗੱਲ ਇਹ ਵੀ ਹੈ ਕਿ ਉਹਨਾਂ ਦੇ ਲਈ ਕੈਨੇਡਾ ਦੇ ਵਿੱਚ ਰਹਿਣਾ ਫਿਲਹਾਲ ਸੌਖਾ ਹੋਏਗਾ। ਫਰਕ ਤਾਂ ਪੈਂਦਾ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਹੁਣ ਗੱਲ ਅਵਤਾਰ ਸਿੰਘ ਖੰਡਾ ਦੀ। ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਅਤੇ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਦਹਿਸ਼ਤਗਰਦ ਅਵਤਾਰ ਸਿੰਘ ਖੰਡਾ ਦੀ ਮੌਤ। ਅਵਤਾਰ ਸਿੰਘ ਖੰਡਾ ਕੈਂਸਰ ਤੋਂ ਪੀੜਤ ਸੀ। ਉਸ ਦਾ ਲੰਡਨ ਦੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ। ਅੰਮ੍ਰਿਤਪਾਲ ਨੂੰ ਲੈ ਕੇ ਚੱਲੇ ਆਪਰੇਸ਼ਨ ਦੇ ਵਿਰੋਧ ਦੇ ਵਿੱਚ ਜਦੋਂ ਯੂਕੇ ਦੇ ਵਿੱਚ ਭਾਰਤੀ ਸਫਾਰਤਖਾਨੇ ਦੇ ਉੱਤੇ ਤਿਰੰਗੇ ਦਾ ਅਪਮਾਨ ਕੀਤਾ ਗਿਆ, ਉਸ ਸਮੇਂ ਵੀ ਖੰਡਾ ਦਾ ਨਾਮ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਖੰਡਾ ਨੂੰ ਡਿਟੇਨ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ। ਹੁਣ ਦੱਸਿਆ ਜਾ ਰਿਹਾ ਕਿ ਖੰਡਾ ਨੂੰ ਕੁਝ ਦਿਨ ਪਹਿਲਾਂ ਹੀ ਲਾਈਫ ਸਪੋਰਟ ਸਿਸਟਮ ਦੇ ਉੱਤੇ ਰੱਖਿਆ ਗਿਆ ਸੀ, ਪਰ ਉਸ ਦੇ ਸਰੀਰ ਦੇ ਵਿੱਚ ਜ਼ਹਿਰ ਫੈਲ ਗਿਆ ਅਤੇ ਤਬੀਅਤ ਵਿਗੜਨ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਅੱਗੇ ਵਧਦਿਆਂ ਤੇ ਗੱਲ ਹੁਣ ਕਰਾਂਗੇ ਪਾਣੀ ਦੀ। ਆਜ਼ਾਦੀ ਦੇ 75 ਸਾਲ ਬਾਅਦ ਵੀ ਬਠਿੰਡਾ ਦੇ ਬਲਰਾਜ ਨਗਰ ਦੀ ਤਸਵੀਰ ਕਿਸੇ ਅਣਗੌਲੇ ਟਾਪੂ ਵਰਗੀ ਨਜ਼ਰ ਆਉਂਦੀ ਹੈ। ਇਹ ਲੋਕ ਬਠਿੰਡਾ ਸ਼ਹਿਰ ਦੇ ਇੱਕ ਮੁਹੱਲੇ ਦੇ ਵਿੱਚ ਖੜੇ ਨੇ ਔਰ ਤਸਵੀਰ ਦੱਸਦੀ ਹੈ ਕਿ ਮੀਂਹ ਵਾਲਾ ਪਾਣੀ ਇਹਨਾਂ ਲਈ ਕਿੰਨਾ ਮੁਸੀਬਤ ਲੈ ਕੇ ਆਇਆ। ਤੇ ਇਸ ਬਦਤਰ ਤਸਵੀਰ ਦੇ ਵਿੱਚ ਨਜ਼ਰ ਆਉਂਦਾ ਹੈ ਤਾਂ ਗਲੀਆਂ ਦੇ ਵਿੱਚ ਖੜਿਆ ਸੀਵਰੇਜ ਦਾ ਗੰਦਾ ਬਦਬੂਦਾਰ ਪਾਣੀ, ਲੋਕਾਂ ਤੇ ਦੁਕਾਨਾਂ ਦੇ ਘਰਾਂ ਦੇ ਅੱਗੇ ਜਮਾ ਪਾਣੀ। ਆਲਮ ਇਹ ਹੈ ਕਿ ਲੋਕ ਘਰਾਂ ਤੋਂ ਵੀ ਬਾਹਰ ਨਹੀਂ ਨਿਕਲ ਸਕਦੇ। ਰੋਜ਼ ਦੇ ਵਜੋਂ ਇਲਾਕੇ ਦੇ ਕੌਂਸਲਰ ਇਸ ਪਾਣੀ ਦੇ ਵਿੱਚ ਹੀ ਬੈਠ ਗਏ। ਬਾਰਿਸ਼ਾਂ ਦੇ ਸਾਨੂੰ ਕਹਿੰਦੇ ਵੀ ਬਾਰਿਸ਼ ਹੈ, ਠੀਕ ਹੈ, ਹੁਣ ਬਿਨਾਂ ਬਾਰਿਸ਼ ਤੋਂ ਸਾਡਾ ਬੁਰਾ ਹਾਲ ਹੈ। ਪਿਛਲੀਆਂ ਜਿਹੜੀਆਂ ਪਾਈਪਾਂ ਜਿਹੜੀਆਂ ਹੈਗੀਆਂ ਉਹ ਬੇਕਾਰ ਹੋਈਆਂ ਪਈਆਂ। ਜਦੋਂ ਅਸੀਂ ਪੁੱਛ ਲਈਏ ਕਹਿੰਦੇ ਪਾਈਪ ਟੁੱਟ ਗਈ, ਪਾਈਪ ਟੁੱਟ ਗਈ, ਪਾਈਪ ਟੁੱਟ ਗਈ। ਸਾਡਾ ਇਹੀ ਜਦੋਂ ਅਸੀਂ ਜਾਂਦੇ ਹਾਂ ਸਾਡਾ ਇਹੀ ਹਾਲ ਹੁੰਦਾ ਵੀ ਪਾਈਪ ਟੁੱਟ ਗਈ। ਸਾਡਾ ਕੋਈ ਨਾ ਕੋਈ ਸਾਡਾ ਬੰਦੋਬਸਤ ਕੀਤਾ ਜਾਵੇ। आई दूसरे महीने तीसरे महीने ये पानी भरते रहता, आखिर समाज किधर जाएगा? कमिश्नर साहब कहाँ सोए हैं? सरकार कहाँ सोई है? ਕੌਂਸਲਰ ਸਾਹਿਬ ਜ਼ਿੰਮੇਵਾਰ ਲੋਕਾਂ ਤੇ ਸੁਣਵਾਈ ਨਾ ਕਰਨ ਦੇ ਇਲਜ਼ਾਮ ਲਗਾ ਰਹੇ ਨੇ। ਇਹਨਾਂ ਨੇ ਬਾਰ-ਬਾਰ ਮੈਂ ਸੀਵਰੇਜ ਬੋਰਡ ਨੂੰ, ਕਮਿਸ਼ਨਰ ਨੂੰ, ਹਰ ਕਿਸੇ ਨੂੰ ਬੇਨਤੀ ਕੀਤੀ ਹੈ, ਜੇ ਤੁਹਾਡੀ ਕੋਈ ਰਿਪੇਅਰ ਹੁੰਦੀ ਹੈ, ਕੋਈ ਹੁੰਦਾ ਤਾਂ ਤੁਸੀਂ ਪਹਿਲੇ ਪਿੱਛੇ ਮੋਟਰ ਬੰਦ ਕਰਿਆ ਕਰੋ, ਉਸ ਤੋਂ ਬਾਅਦ ਅੱਗੇ ਕੰਮ ਚਾਲੂ ਕਰੋ। ਇਹ ਕਦੇ ਨਹੀਂ ਤਾਂ ਧੱਕੇ ਸਾਈ ਕਰਦੇ। ਸਾਡਾ ਏਰੀਆ ਗਰੀਬ ਮਜ਼ਦੂਰ ਤਬਕਾ ਏਰੀਆ ਰਹਿੰਦਾ, ਇਸ ਕਰਕੇ ਸਾਡੇ ਏਰੀਆ ਵਾਲੇ ਧੱਕਾ ਕਰਦੇ ਜੀ। ਕੌਂਸਲਰ ਆਪਣੇ ਇਲਾਕੇ ਦੀ ਸਾਫ਼ ਸਫਾਈ ਵੀ ਯਕੀਨੀ ਬਣਾਉਣ ਦੇ ਵਿੱਚ ਖੁਦ ਨੂੰ ਬੇਵੱਸ ਮਹਿਸੂਸ ਕਰੇ ਤਾਂ